Hello students, this is Dr. Amit Juneja, lecturer economics, Shahid Balwinder Singh Government Senior Secondary Smart School, ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਜਿਹੜਾ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ ਜੋ ਕਿ ਹੈ ਮੰਗ ਦਾ ਸਿਧਾਂਤ। ਠੀਕ ਹੈ, ਤਾਂ ਆਪਣਾ ਜੋ ਚੈਪਟਰ ਰਹੇਗਾ ਉਹਦਾ ਨਾਮ ਹੈ ਮੰਗ ਦਾ ਸਿਧਾਂਤ। ਤਾਂ ਇਸ ਚੈਪਟਰ ਦੇ ਵਿੱਚ ਆਪਾਂ ਕੀ ਦੇਖਾਂਗੇ? ਇਸ ਚੈਪਟਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਾਂਗੇ ਕਿ ਐਕਚੁਅਲੀ ਮੰਗ ਕੀ ਚੀਜ਼ ਹੁੰਦੀ ਹੈ। ਠੀਕ ਹੈ, ਆਮ ਤੌਰ ਤੇ ਬਹੁਤ ਸਾਰੇ ਸ਼ਬਦ ਹੈਗੇ ਨੇ ਆਪਣੇ ਕੋਲ ਜਿਨ੍ਹਾਂ 'ਚ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਕਿਤੇ ਉਹ ਤਾਂ ਮੰਗ ਨਹੀਂ ਹੈਗਾ, ਕਿਤੇ ਇਹ ਤਾਂ ਮੰਗ ਨਹੀਂ ਹੈਗਾ, ਕਿਤੇ ਉਹ ਤਾਂ ਮੰਗ ਨਹੀਂ ਹੈਗਾ। ਤਾਂ ਆਪਾਂ ਏ ਓ ਆ ਈ ਜਿਹੜੇ ਆਪਾਂ ਮੰਗ ਲੈ ਜਾਂਦੇ ਆ ਨਾ, ਤਾਂ ਆਪਾਂ ਉਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜਾ ਹੈ ਅੰਤਰ ਕਲੀਅਰ ਕਰਾਂਗੇ। ਅਸਲ ਦੇ ਵਿੱਚ ਦੇਖਾਂਗੇ ਕਿ ਅਗਰ ਆਪਾਂ ਮੰਗ ਕਹਿਣਾ ਤਾਂ ਆਪਾਂ ਕਿਸ ਚੀਜ਼ ਨੂੰ ਜਿਹੜਾ ਹੈ ਉਹ ਮੰਗ ਕਵਾਂਗੇ। ਦੂਸਰੀ ਗੱਲ ਆਪਾਂ ਦੇਖਾਂਗੇ ਮੰਗ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਨੰਬਰ 3 ਆਪਾਂ ਦੇਖਾਂਗੇ ਅਗਰ ਆਪਾਂ ਮੰਗ ਨੂੰ ਦਿਖਾਣਾ ਹੈ ਤਾਂ ਆਪਾਂ ਮੰਗ ਨੂੰ ਕਿਵੇਂ ਵਿਖਾਵਾਂਗੇ। ਠੀਕ ਹੈ, ਉਹਦੇ ਦੋ ਤਰੀਕੇ ਹੋਣਗੇ ਮੰਗ ਨੂੰ ਦਿਖਾਉਣ ਦੇ ਕਿ ਇੱਕ ਤਾਂ ਆਪਾਂ ਕੋਈ ਟੇਬਲ ਬਣਾ ਸਕਦੇ ਹਾਂ, ਕੋਈ ਤਾਲਿਕਾ ਬਣਾ ਸਕਦੇ ਹਾਂ, ਜਾਂ ਆਪਾਂ ਕੋਈ ਡਾਇਗਰਾਮ ਬਣਾ ਸਕਦੇ ਹਾਂ, ਉਹ ਵੀ ਮੰਗ ਨੂੰ ਦਿਖਾਉਣ ਦਾ ਤਰੀਕਾ ਹੈ। ਫਿਰ ਆਪਾਂ ਗੱਲ ਕਰਾਂਗੇ ਕਿ ਜਿਹੜੇ ਮੰਗ ਆਪਾਂ ਕਰਦੇ ਹਾਂ ਉਹਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਨੇ। ਮਤਲਬ ਅਗਰ ਮੈਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਖਰੀਦਣ ਜਾ ਰਿਹਾ ਤਾਂ ਮੈਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਾਂਗਾ ਉਸ ਚੀਜ਼ ਦੀ ਮੰਗ ਕਰਨ ਵਾਸਤੇ। ਮਤਲਬ ਇਹ ਜੇ ਕਿਹੜੇ ਤੱਤ ਹੋਣਗੇ ਜੋ ਇਹ ਡਿਸਾਈਡ ਕਰਨਗੇ, ਜੋ ਇਹ ਨਿਰਧਾਰਿਤ ਕਰਨਗੇ ਕਿ ਮੈਂ ਕਿਸੇ ਚੀਜ਼ ਦੀ ਕਿੰਨੀ ਮਾਤਰਾ ਜਿਹੜੀ ਹੈ ਉਹ ਖਰੀਦਾਂਗਾ। ਠੀਕ ਹੈ, ਫਿਰ ਆਪਾਂ ਕੀ ਕਰਾਂਗੇ ਇਹਦੇ ਵਿੱਚ ਨਾ ਇੱਕ ਮੰਗ ਵਕਰ ਬਣਾਵਾਂਗੇ। ਠੀਕ ਹੈ, ਉਹ ਨਾ ਥੱਲੇ ਵਾਲਾ ਐ ਨੀਚੇ ਵਾਲਾ, ਤਾਂ ਆਪਾਂ ਦੇਖਾਂਗੇ ਵੀ ਇਹ ਨੀਚੇ ਵੱਲ ਕਿਉਂ ਹੁੰਦੀ ਹੈ, ਉਹ ਉੱਤੇ ਵਾਲੇ ਪਾਸੇ ਕਿਉਂ ਨਹੀਂ ਹੁੰਦੀ, ਉਹ ਵੀ ਗੱਲ ਕਰਾਂਗੇ। ਫਿਰ ਦੇਖੋ ਆਪਣੀ ਜਿਹੜੀ ਮੰਗ ਹੈ ਨਾ ਉਹ ਟਾਈਮ ਨਾਲ ਬਦਲਦੀ ਰਹਿੰਦੀ ਹੈ। ਕਦੇ ਆਪਾਂ ਘੱਟ ਚੀਜ਼ਾਂ ਖਰੀਦਦੇ ਹਾਂ, ਕਦੇ ਆਪਾਂ ਜ਼ਿਆਦਾ ਖਰੀਦ ਲੈਂਦੇ ਹਾਂ, ਹੈ ਨਾ। ਮੰਨ ਲਓ ਵੀ ਆਪਣੇ ਘਰੇ ਰੋਜ਼ ਆਪਾਂ 2 ਕਿਲੋ ਦੁੱਧ ਖਰੀਦਦੇ ਹਾਂ। ਅੱਜ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਘਰੇ ਰਿਸ਼ਤੇਦਾਰ ਆਉਣ ਵਾਲੇ ਨੇ, ਹੁਣ ਉਹਨਾਂ ਵਾਸਤੇ ਚਾਹ ਪਾਣੀ ਵੀ ਕਰਨਾ ਪੈਣਾ, ਆਪਾਂ 3 ਕਿਲੋ ਦੁੱਧ ਖਰੀਦ ਲਾਂਗੇ, ਹੈ ਨਾ। ਤਾਂ ਆਪਾਂ ਦੁੱਧ ਬਦਲ ਰਹੇ ਹਾਂ ਮੰਗ ਦੀ। ਤਾਂ ਆਪਾਂ ਮੰਗ ਕਿਉਂ ਬਦਲਦੇ ਹਾਂ, ਉਹਦੇ ਪਿੱਛੇ ਕੀ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਆਪਣੀ ਮੰਗ ਜਿਹੜੀ ਹੈ ਉਹ ਬਦਲ ਜਾਂਦੀ ਹੈ। ਉਹਨਾਂ ਸਾਰੇ ਤੱਤਾਂ ਦੀ ਗੱਲ ਵੀ ਜਿਹੜੀ ਹੈ ਉਹ ਆਪਾਂ ਇਸ ਚੈਪਟਰ ਦੇ ਵਿੱਚ ਕਰਾਂਗੇ। ਤਾਂ ਇਸ ਚੈਪਟਰ 'ਚ ਕੀ ਹੋਇਆ, ਪਹਿਲਾ ਇਹ ਦੇਖਾਂਗੇ ਕਿ ਮੰਗ ਕੀ ਹੁੰਦੀ ਹੈ। ਨੰਬਰ 2 ਮੰਗ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਨੰਬਰ 3 ਮੰਗ ਨੂੰ ਆਪਾਂ ਕਿਵੇਂ ਦਿਖਾ ਸਕਦੇ ਹਾਂ। ਨੰਬਰ 4 ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹੈਗੇ ਆ। ਨੰਬਰ 5 ਮੰਗ ਵਕਰ ਹੇਠਾਂ ਕਿਉਂ ਆਉਂਦੀ ਹੈ। ਨੰਬਰ 6 ਮੰਗ ਬਦਲਦੀ ਕਿਉਂ ਹੈ। ਤਾਂ ਇਹ 6 ਮੇਨ ਟੌਪਿਕ ਜਿਹੜੇ ਨੇ ਉਹ ਆਪਣੇ ਇਸ ਚੈਪਟਰ ਦੇ ਵਿੱਚ ਜਿਹੜਾ ਹੈ ਉਹ ਰਹੇ। ਠੀਕ ਹੈ, ਤਾਂ ਅਗਰ ਆਪਾਂ ਇਹ 6 ਟੌਪਿਕ ਕਰਨੇ ਨੇ ਉਹਦੇ ਵਾਸਤੇ ਆਪਣੇ ਵਾਸਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰੀਏ ਕਿ ਐਕਚੁਅਲੀ ਮੰਗ ਕੀ ਹੁੰਦੀ ਹੈ। ਠੀਕ ਹੈ, ਆਮ ਤੌਰ ਤੇ ਕੀ ਹੁੰਦਾ ਹੈ ਆਪਣੇ ਕੋਲ ਨਾ 3 ਸ਼ਬਦ ਆਉਂਦੇ ਨੇ। ਠੀਕ ਹੈ, ਮੈਂ ਉਹ 3 ਸ਼ਬਦ ਜਿਹੜੇ ਨੇ ਉਹ ਇੱਥੇ ਲਿਖਣ ਲੱਗਿਆ। ਇੱਕ ਸ਼ਬਦ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਇੱਛਾ, ਇੱਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਜ਼ਰੂਰਤ, ਇੱਕ ਹੁੰਦਾ ਹੈ ਮੰਗ। ਠੀਕ ਹੈ, 3 ਸ਼ਬਦ ਨੇ ਇੱਛਾ, ਜ਼ਰੂਰਤ ਨੂੰ ਤੁਸੀਂ ਲੋੜ ਕਹਿ ਸਕਦੇ ਹੋ। ਇੱਛਾ ਹੈ, ਜ਼ਰੂਰਤ ਯਾਨੀ ਕਿ ਲੋੜ ਹੈ, ਤੇ ਮੰਗ ਹੈ। ਆਪਾਂ ਨਾ ਇਹਨਾਂ ਤਿੰਨਾਂ ਨੂੰ ਇੱਕ ਹੀ ਸਮਝ ਲੈਂਦੇ ਹਾਂ। ਆਪਾਂ ਕਹਿੰਦੇ ਇੱਛਾ, ਲੋੜ ਤੇ ਮੰਗ ਇੱਕੋ ਹੀ ਨੇ, ਪਰ ਇਹਨਾਂ ਤਿੰਨਾਂ ਦੇ ਵਿੱਚ ਨਾ ਬਹੁਤ ਫਰਕ ਪਾਇਆ ਜਾਂਦਾ ਹੈ। ਉਹ ਫਰਕ ਕੀ ਚੀਜ਼ ਹੈ, ਪਹਿਲਾਂ ਆਪਾਂ ਉਹ ਫਰਕ ਸਮਝਾਂਗੇ ਵੀ ਇਹਨਾਂ ਵਿੱਚ ਪਾਇਆ ਜਾਣ ਵਾਲਾ ਫਰਕ ਜਿਹੜਾ ਹੈ ਉਹ ਕੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲੇ ਸ਼ਬਦ ਦੀ ਜਿਹੜਾ ਹੈ ਇੱਛਾ। ਹੁਣ ਇੱਛਾ ਕੀ ਚੀਜ਼ ਹੁੰਦੀ ਹੈ? ਦੇਖੋ, ਇੱਛਾ ਹੈ ਵੀ ਤੁਹਾਡੇ ਮਨ ਦੇ ਵਿੱਚ ਕੋਈ ਪੈਦਾ ਹੋਈ ਚਾਹਤ, ਕਾਮਨਾ, ਇੱਛਾ, ਲਾਲਚ। ਉਹ ਹਰੇਕ ਇਨਸਾਨ ਦੇ ਮਨ ਦੇ ਵਿੱਚ ਨਾ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਨੇ। ਜਿਵੇਂ ਮੇਰੀ ਇੱਛਾ ਹੈ ਕਿ ਮੈਂ ਬ੍ਰਾਂਡਡ ਕੱਪੜੇ ਪਾਵਾਂ, ਮੇਰੀ ਇੱਛਾ ਹੈ ਕਿ ਮੇਰੇ ਬ੍ਰਾਂਡਡ ਸ਼ੂਜ਼ ਹੋਣ, ਮੇਰੀ ਇੱਛਾ ਹੈ ਮੇਰਾ ਬੜਾ ਵੱਡਾ ਘਰ ਹੋਣਾ ਚਾਹੀਦਾ ਹੈ, ਮਹਿਲ ਵਰਗਾ ਬਣਿਆ ਹੋਣਾ ਚਾਹੀਦਾ ਹੈ, ਮੇਰੀ ਇੱਛਾ ਹੈ ਉਸ ਘਰ ਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ, ਉਹ ਡਬਲ ਡੋਰ ਵਾਲਾ ਫ੍ਰਿਜ ਲੱਗਿਆ ਹੋਣਾ ਚਾਹੀਦਾ ਹੈ, ਹਰੇਕ ਕਮਰੇ 'ਚ ਏਸੀ ਲੱਗਿਆ ਹੋਣਾ ਚਾਹੀਦਾ ਹੈ, ਕਮਰੇ ਛੱਡੋ ਬਾਥਰੂਮ ਦੇ ਵਿੱਚ ਵੀ ਏਸੀ ਹੋਣਾ ਚਾਹੀਦਾ ਹੈ, ਉੱਥੇ ਵੀ ਕਿਉਂ ਗਰਮੀ ਲੱਗੇ ਬੰਦੇ ਨੂੰ, ਹੈ ਨਾ।
हरेक थां फुली एसी होनी चाहिए है, बड़ी वधिया किचन बनी होनी चाहिए है ना, बाहर पोर्च च बड़ी वड्डी गड्डी खड़ी होनी चाहिए है। ये अपनी इच्छा, मेरे बच्चे बड़े स्कूलों पढ़ते होण, ये की ने, ये मेरी इच्छावां ने। इच्छा दा भावें तुहाडी मर्जी है, तुसीं जो मर्जी करदे रहो। वो आंदा ना, काश मैं प्रधानमंत्री हुंदा है ना, काश मैं शिक्षा मंत्री हुंदा है, काश मैं ये हुंदा, काश मैं वो हुंदा, काश मैं अमीर हुंदा। एक ही नहीं, ये इच्छावां ने। देखो इच्छा तुसी जो मर्जी कर सकते हो, अरे सोचन दे केड़ा पैसे लगते ने, जो मर्जी सोची तुरी जाओ। मैं अगर ये सोच लांगा कि ले अभी आज आप BMW गड्डी खरीदनी है या आप मर्सिडीज गड्डी खरीदीए, वो कहता खरीद, मैं कहा किन्ने पैसे लगणगे, मेरा बिल्ली कहता कोई पैसे नहीं लगणगे। मैं कहा क्यों, कहता सोचन दे पैसे हुंदे ही नहीं, तू जिन्ना मर्जी सोची जा तो की होएगा। वो कहता सोचन दे कोई पैसे नहीं, मतलब इच्छावां की ने, मन दी एक कामना है, जो मर्जी करते रहो। इच्छा दे विच ਇਹ ਜ਼ਰੂਰੀ नहीं हैगा भी ਤੁਹਾਡੇ ਕੋਲ उस चीज ਨੂੰ खरीदਣ वास्ते पैसे भी मौजूद हों। ठीक है, इच्छा की हुई, इच्छा अपने मन की कोई भावना है जो आप प्रगट की कि मेरे को आ चीज होनी चाहिए, पर जरूरी नहीं हैगा भी उस चीज ਨੂੰ खरीदਣ वास्ते ਤੁਹਾਡੇ ਕੋਲ पैसे भी होण। ਹੁਣ ਆਪਾਂ ਨਾ अगले स्टेप ਤੇ ਆਏ ਹਾਂ, ਜ਼ਰੂਰਤ ਤੇ ਲੋੜ। ਹੁਣ ਕੀ ਹੋਇਆ ਕਿ ਮੇਰੇ ਮਨ ਦੇ ਵਿੱਚ ਨਾ ਇੱਕ ਇੱਛਾ ਜਾਗੀ ਕਿ ਮੈਂ ਇੱਕ ਕਾਰ ਲੈਣੀ ਹੈ। ਮੈਂ ਬਾਜ਼ਾਰ 'ਚ ਪੁੱਛਿਆ ਵੀ ਕਾਰ ਕਿੰਨੇ ਦੀ, ਉਹ ਕਹਿੰਦੇ ਜੀ ਕਾਰ ਆਏਗੀ 4 ਲੱਖ ਰੁਪਏ ਦੀ। ਜੇ ਤਾਂ ਮੇਰੇ ਕੋਲ 4 ਲੱਖ ਰੁਪਇਆ ਹੈਗਾ ਹੀ ਤਾਂ ਗੱਲ ਖਤਮ, ਜੇ 4 ਲੱਖ ਹੈ ਹੀ ਨਹੀਂ ਤਾਂ ਗੱਲ ਖਤਮ ਹੋ ਗਈ। ਉਹ ਕੀ ਹੋਏਗਾ, ਉਹ ਮੇਰੀ ਇੱਛਾ ਹੀ ਬਣ ਕੇ ਰਹਿ ਜਾਏਗੀ। ਕਿਉਂ, ਕਿਉਂਕਿ ਮੇਰੇ ਕੋਲ ਉਸ ਚੀਜ਼ ਨੂੰ ਖਰੀਦਣ ਵਾਸਤੇ ਪੈਸੇ ਨਹੀਂ। ठीक है, तो इच्छा के सामने लिख लो कि पैसे की हुंदा है, मौजूद नहीं हुंदे। ठीक है, पर अगर सोचो कि मैं इच्छा जागी कि मेरे को ना एक कार होनी चाहिए है, मैं कार दा रेट पूछा, वो कहते जी 4 लाख रुपया रेट है, अपने को 4 लाख है। हुण की है, हुण पहली चीज तो नहीं हो सकती, वो इच्छा तो नहीं हो सकती, क्योंकि मेरे कोल उस चीज नूं खरीदण वास्ते पैसे हैगे ने। पर मैनूं लगदा है कि नहीं, पहला ना आपां थोड़ा जिहा ना आदा घर सवार लईए। कार दा की है, कार तो आपां फिर भी ले लांगे, मतलब मेरे कोल पैसे हैगे ने, पर मैं उन्हां पैसिਆਂ नूं कार ते खर्च करन वास्ते तैयार नहीं हैगा। मतलब की है भी जरूरत विच की हुंदा है, एक व्यक्ति कोल पैसे हुंदे ने पर वो खर्च करन लई तैयार नहीं हुंदा, मतलब उस चीज नूं खरीदण दी काबलियत रखदा है। अगर आप इच्छा की गल करिए तो उनके को उस चीज नूं खरीदण दी काबलियत ही नहीं हुंदी, क्योंकि पैसे ही नहीं हैगे, वो इच्छा है। पर जरूरत दे विच की है, काबलियत है। जो चीज खरीदनी चाहता है वो चीज नूं खरीदण वास्ते पैसे हैगे ने, चीज नूं खरीदण वास्ते काबिल है, पर जिहड़े पैसे ने उन्हों खर्च करने वास्ते तैयार नहीं है। वो कहता है पैसे है पर मैं हाले खर्चने नहीं है इस चीज से। क्यों, क्योंकि वो कहता है भी इस तो जरूरी होर भी कई चीज़ां ने मेरे कोल जिंदे ऊपर मैं वो पैसे लाना चाहना, मैं हाले तक ना कार ते फालतू पैसे लाने वास्ते तैयार नहीं हैगा। ये ना समझी मेरे को पैसे है नहीं, पैसे हैगे है पर मैं लाने नहीं हैगे। बंदा की होएगा, पैसे खर्च कर लिए तैयार नहीं होएगा। हुण आने आपां अगले स्टेप ते जिहड़ा कि है मंग। हुण इहदे विच की होएगा, सब तो पहला तां की होएगा, एक बंदे कोल पैसे मौजूद हैं, पैसे मौजूद होंगे, नाल दे नाल की होएगा, नंबर 2 वो व्यक्ति उस पैसे नूं खर्च करने लई तैयार भी है। ठीक है, यानी पैसे भी हैगे ने, खर्च करने नूं तैयार भी है, मतलब इत्थे तो तैयार ही नहीं वैसे, इत्थे तैयार है। की होएगा, बाजार जाएगा ते की करेगा, वस्तु दी खरीद कर लैंदा है। ठीक, मंग विच की होएगा, पैसे होंगे। नंबर 2 पैसे नूं खर्च करने वास्ते तैयार भी होएगा, बाजार जाएगा, चीज का रेट पूछेगा, पूछ के उन्होंने की करेगा, खरीदेगा, तो उन्होंने आप की कहांगे मंग। यानी हुण इच्छा अलग चीज है जिन्हें अपने कोल काबिलियत ही नहीं हुंदी, अपने कोल पैसे ही नहीं हुंदे,
ਜ਼ਰੂਰਤ ਅਲੱਗ ਚੀਜ਼ ਹੈ ਵੀ ਕਾਬਲੀਅਤ ਹੁੰਦੀ ਹੈ ਪੈਸੇ ਹੁੰਦੇ ਹੈ ਪਰ ਆਪਾਂ ਖਰਚ ਕਰਨ ਨੂੰ ਤਿਆਰ ਜਿਹੜਾ ਹੈ ਉਹ ਨਹੀਂ ਹੁੰਦੇ। ਮੰਗ ਵਿੱਚ ਕੀ ਹੋਏਗਾ ਪੈਸੇ ਵੀ ਹੋਣਗੇ ਆਪਾਂ ਖਰਚ ਕਰਨ ਨੂੰ ਤਿਆਰ ਵੀ ਹੋਵਾਂਗੇ ਬਾਜ਼ਾਰ ਜਾਵਾਂਗੇ ਚੀਜ਼ ਨੂੰ ਜਿਹੜਾ ਰੇਟ ਪੁੱਛਾਂਗੇ ਤੇ ਚੀਜ਼ ਨੂੰ ਖਰੀਦ ਲਾਂਗੇ ਉਹ ਕੀ ਹੋ ਜਾਏਗਾ ਮੰਗ ਹੋ ਜਾਏਗੀ। ਠੀਕ ਹੈ ਮੰਗ ਦੇ ਵਿੱਚ ਕੀ ਹੁੰਦਾ ਹੈ ਚੀਜ਼ ਨੂੰ ਖਰੀਦਣ ਦੀ ਕਾਬਲੀਅਤ ਵੀ ਹੁੰਦੀ ਹੈ ਨੰਬਰ 2 ਬੰਦਾ ਚੀਜ਼ ਨੂੰ ਖਰੀਦਣ ਵਾਸਤੇ ਤਿਆਰ ਵੀ ਹੁੰਦਾ ਹੈ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਤਾਂ ਇਹ ਚੀਜ਼ ਦੀ ਖਰੀਦ ਹੋਏਗੀ ਨਹੀਂ ਤਾਂ ਨਹੀਂ ਹੋਏਗੀ ਇਹਨੂੰ ਆਪਾਂ ਕਹਾਂਗੇ ਮੰਗ। ਠੀਕ ਹੈ ਤਾਂ ਹੁਣ ਮੰਗ ਦਾ ਮੀਨਿੰਗ ਜਿਹੜਾ ਹੈ ਉਹ ਆਈ ਥਿੰਕ ਹੁਣ ਕਲੀਅਰ ਹੋ ਗਿਆ ਹੋਏਗਾ। ਕਈ ਵਾਰੀ ਕੀ ਹੁੰਦਾ ਆਪਾਂ ਨਾਲ ਦੋ ਹੋਰ ਸ਼ਬਦ ਜਿਹੜੇ ਨੇ ਉਹ ਦੇ ਦਿੱਤੇ ਜਾਂਦੇ ਨੇ ਮੰਗ ਦੇ ਨਾਲ ਸੰਬੰਧਿਤ। ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਮੰਗ ਜਿਹੜੀ ਮੈਂ ਹੁਣੇ ਬੋਲੀ। ਹੁਣ ਮੈਂ ਮੰਗ ਦੇ ਵਿੱਚ ਇੱਕ ਚੀਜ਼ ਬੋਲੀ ਸੀ ਮੈਂ ਕਿਹਾ ਕੀ ਕਰੇਗਾ ਬਾਜ਼ਾਰ ਦੇ ਵਿੱਚ ਜਾਏਗਾ ਉਸ ਚੀਜ਼ ਦਾ ਰੇਟ ਪੁੱਛੇਗਾ ਤੇ ਉਹਦੇ ਹਿਸਾਬ ਨਾਲ ਚੀਜ਼ ਖਰੀਦ ਲਏਗਾ। ਇਹ ਮੰਗ ਸੀ ਨਾ ਵੀ ਇੱਛਾ ਦੇ ਵਿੱਚ ਤਾਂ ਪੈਸੇ ਨਹੀਂ ਹੈਗੇ ਮੰਗ ਵਿੱਚ ਪੈਸੇ ਹੈਗੇ ਨੇ ਖਰਚ ਕਰਨ ਨੂੰ ਤਿਆਰ ਨਹੀਂ ਹੈਗਾ ਤਾਂ ਦੋਨੋਂ ਕੇਸਿਸ ਦੇ ਵਿੱਚ ਬਾਜ਼ਾਰ ਨਹੀਂ ਜਾਏਗਾ ਕਿਉਂਕਿ ਜਦੋਂ ਪੈਸੇ ਨਹੀਂ ਹੈਗੇ ਤਾਂ ਬਾਜ਼ਾਰ ਜਾ ਕੇ ਕੀ ਕਰੇਗਾ। ਨੰਬਰ 2 ਇੱਛਾ ਤੋਂ ਬਾਅਦ ਕੀ ਆਈ ਜ਼ਰੂਰਤ ਪੈਸੇ ਹੈਗੇ ਨੇ ਖਰਚ ਕਰਨ ਨੂੰ ਤਿਆਰ ਹੀ ਨਹੀਂਗਾ ਅਰੇ ਜਦੋਂ ਮੈਂ ਪੈਸੇ ਹੀ ਨਹੀਂ ਖਰਚ ਕਰਨੇ ਤਾਂ ਮੈਂ ਬਾਜ਼ਾਰ ਕੀ ਕਰਨ ਜਾਵਾਂਗਾ। ਤੀਜਾ ਮੰਗ ਪੈਸੇ ਹੈਗੇ ਨੇ ਖਰਚ ਕਰਨ ਨੂੰ ਤਿਆਰ ਵੀ ਹੈਗਾ ਮੈਂ ਤਾਂ ਹੀ ਬਾਜ਼ਾਰ ਜਾਵਾਂਗਾ ਮੈਂ ਬਾਜ਼ਾਰ ਜਾਵਾਂਗਾ ਚੀਜ਼ ਦਾ ਰੇਟ ਪੁੱਛਾਂਗਾ ਉਹਦੇ ਮੁਤਾਬਿਕ ਚੀਜ਼ ਖਰੀਦ ਲਾਂਗਾ। मतलब जो ਆਪਾਂ ਮੰਗ ਕਰਾਂਗੇ ਉਹ ਕਿੰਨੇ ਮੁਤਾਬਿਕ ਕਰਾਂਗੇ ਉਹ ਆਪਾਂ ਬਾਜ਼ਾਰ ਦੇ ਵਿੱਚ ਉਸ ਚੀਜ਼ ਦਾ ਰੇਟ ਪੁੱਛ ਕੇ ਕਰਾਂਗੇ मतलब उस चीज की कीमत पुछ के करांगे। यानी कि होएगा सपोज मैं बाजार गया मैं बाजार गया तो उनदे विच मेरे कोल की सी टोटल मेरे कोल हैगे सी 10 रुपए। ठीक है जे तो मेरे को 10 रुपए हुंदे ही नहीं फिर तो मेरी इच्छा सी। नंबर 2 10 रुपए हैगे ने मैं 10 रुपए नू खर्च करने वास्ते तैयार नहीं हैगा मैं फिर भी बाजार नहीं जाता पर मेरे को 10 रुपए हैगे ने मैं बाजार पहुंच गया मैं जाके दुकानदार को पूछा भी हाँ भाई चीज खरीदनी है कितने रुपये की वो कहेगा जी 10 रुपए। ठीक है रेट कितना हो गया 10 रुपए। मैं कहा देखो जी मेरे को तो 10 रुपए है जे तेरी चीज 10 रुपए की है तो फिर मैं कितनी मांग कर सकता एक क्योंकि अपने को हैगी 10 रुपए इस तो बाद है ही नहीं यानी इस तो बाद आप मांग कर ही नहीं सकते। पर अगर सोचो रेट 10 की बजाय 5 रुपए होंदा फिर अपने को कितने रुपये 10 जे 5 रुपए रेट हुंदा तो आपां कितनी चीज़ां खरीदते 2। ठीक है जे सपोज करो भी रेट जड़ा है वो हुंदा रुपये 4 हुण हैगे कितने ने 10 तो आपां कितनी चीज़ां खरीदते 2.5। जे रेट हुंदा 2 रुपये हुण अपने को कितने ने 10 रुपए आपां कितनी चीज़ां खरीदते 5। जे रेट हुंदा 1 रुपया अपने को कितने ने 10 रुपए आपां कितनी चीज़ां खरीदते 10। हुण ध्यान नाल सोचो जो मैं एक टेबल बनाया इहदे विच मैं वारी वारी इक्को चीज़ बोली वो एक चीज़ की सी मैं क्या भी जेकर जे रेट 10 हुंदा तां आपां एक चीज़ खरीदते जे रेट 5 हुंदा तां आपां 2 खरीदते रेट 4 हुंदा तां 2.5 खरीदते 2 हुंदा तां 5 खरीदते 1 हुंदा तां 10 खरीदते। यानी मैं की कर रहा मैं तुहानू अलग अलग रेट दिखा रहा भी रेट 10 रुपए हो सकता है 5 रुपए हो सकता है 4 रुपए हो सकता है 2 रुपए हो सकता है 1 रुपए हो सकता है। तो तुसी क्या भी ठीक है अगर तुहाडा रेट 10 है तो असीं तुहानू एक मंग विखाती तुहाडा रेट 5 है तो असीं तुहानू 2 मंग विखाती तुहाडा रेट 4 है असीं तुहानू 2.5 मंग विखाती तुहाडा रेट 2 है असीं तुहानू 5 मंग विखाती तुहाडा रेट 1 है असीं तुहानू 10 मंग विखाती। मतलब जिवें जिवें तुसी आदि चीज दा रेट बदलिया उवें उवें असीं आदि मंग बदली। यानी हुण इहदे च की हो गया अपने कोल 1 2 3 4 ते 5 कीमतां ने देखो 5 कीमतां है 10 5 4 2 1 उनके मुताबिक अपने को 1 2 3 4 ते 5 मंग ने है 5 कीमतां के सामने 5 मंग बैठी है इनू आपां कहांगे मंग। मंग च की होगा मंग दे विच तुहाडे कोल बहुत सारियां कीमतां होणगियां
ध्यान नाल ਮੰਗ ਦੇ ਵਿੱਚ ਕੀ ਹੋਏਗਾ ਤੁਹਾਡੇ ਕੋਲ ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਕੋਈ ਇੱਕ ਕੀਮਤ ਨਹੀਂ ਹੋਏਗੀ ਬੜੀਆਂ ਸਾਰੀਆਂ ਕੀਮਤਾਂ ਹੋਣਗੀਆਂ ਉਹ ਕਹਿੰਦਾ ਕੀਮਤ 10 ਵੀ ਹੋ ਸਕਦੀ ਹੈ 5 ਵੀ ਹੋ ਸਕਦੀ ਹੈ 4 ਵੀ ਹੋ ਸਕਦੀ ਹੈ 2 ਵੀ ਹੋ ਸਕਦੀ ਹੈ 1 ਵੀ ਹੋ ਸਕਦੀ ਹੈ ਉਹ ਕਹਿੰਦਾ ਜੇ ਇਹ ਹੋ ਸਕਦਾ ਹੈ ਤਾਂ ਫਿਰ ਮੰਗ 1 2 2.5 5 10 ਇਹ ਵੀ ਹੋ ਸਕਦੀ ਹੈ ਯਾਨੀ ਇਹਦੇ ਵਿੱਚ ਕੀ ਹੋਏਗਾ ਤੁਹਾਡੇ ਕੋਲ ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਜੇ ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਤਾਂ ਉਹਦੇ ਸਾਹਮਣੇ ਬਹੁਤ ਸਾਰੀਆਂ ਮੰਗ ਵੀ ਹੋਣਗੀਆਂ ਇਹਨੂੰ ਆਪਾਂ ਕਹਿੰਦੇ ਆ ਮੰਗ याद रखना ਮੰਗ ਵਿੱਚ ਕੀ ਹੋਏਗਾ ਕੋਈ ਇੱਕ ਕੀਮਤ ਨਹੀਂ ਹੋਏਗੀ ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਉਹਦੇ ਸਾਹਮਣੇ ਬਹੁਤ ਸਾਰੀਆਂ ਮੰਗ ਵੀ ਹੋਣਗੀਆਂ ਉਹਨੂੰ ਤਾਂ ਆਪਾਂ ਕਵਾਂਗੇ ਮੰਗ ਇੱਕ ਸ਼ਬਦ ਹੋਰ ਆਉਂਦਾ ਆਪਣੇ ਕੋਲ ਕਈ ਵਾਰੀ ਆਪਣੇ ਕੋਲ ਅੰਤਰ ਪੁੱਛ ਲੈਂਦਾ ਹੈ ਉਹਨੂੰ ਕਹਿੰਦਾ ਹੈ ਮੰਗ ਦੀ ਮਾਤਰਾ ਮੰਗ ਦੀ ਮਾਤਰਾ ਕੀ ਹੈ ਕੁਐਸਚਨ ਚ ਪੁੱਛੇਗਾ ਕਿ ਮੰਗ ਅਤੇ ਮੰਗ ਦੀ ਮਾਤਰਾ ਵਿੱਚ ਕੀ ਅੰਤਰ ਹੈ ਤਾਂ ਮੰਗ ਦੀ ਮਾਤਰਾ 'ਚ ਕੀ ਹੁੰਦਾ ਹੈ ਆਪਣੇ ਕੋਲ ਨਾ ਬਹੁਤ ਸਾਰੀਆਂ ਕੀਮਤਾਂ ਨਹੀਂ ਹੁੰਦੀਆਂ ਯਾਨੀ ਕੀ ਹੋਏਗਾ ਉਹ ਕਹਿੰਦਾ ਵੀ ਆ 1 2 3 4 5 ਕੀਮਤਾਂ ਨਹੀਂ ਹੈਗੀਆਂ ਐਵੇਂ ਆ 1 2 3 4 5 ਮੰਗ ਵੀ ਨਹੀਂ ਹੈਗੀਆਂ ਦੁਕਾਨਦਾਰ ਕੋਈ ਚੀਜ਼ ਲੈਣ ਗਏ ਉਹ ਕਹਿੰਦਾ ਦੇਖੋ ਜੀ ਆਪਣਾ ਰੇਟ ਫਿਕਸ ਠੀਕ ਹੈ ਆਪਣਾ ਰੇਟ ਹੈਗਾ ਜੀ 5 ਰੁਪਏ ਮੈਂ ਤਾਂ 5 ਰੁਪਏ ਦੀ ਚੀਜ਼ ਦਿਆਂਗਾ ਯਾਨੀ ਉਹਨੇ ਤੁਹਾਨੂੰ 1 2 3 4 5 5 ਰੇਟ ਨਹੀਂ ਦੱਸੇ ਉਹਨੇ ਕੀ ਕੀਤਾ ਤੁਹਾਨੂੰ ਸਿਰਫ ਇੱਕੋ ਰੇਟ ਦੱਸਿਆ ਕਿੰਨਾ 5 ਰੁਪਏ ਜੇ ਉਹਨੇ ਤੁਹਾਡੇ ਕੋਲ ਇੱਕ ਰੇਟ ਦੱਸਿਆ ਕਿ ਮੇਰੀ ਚੀਜ਼ 5 ਰੁਪਏ ਦੀ ਹੈ ਤੁਹਾਡੇ ਕੋਲ ਕਿੰਨੇ ਰੁਪਏ ਨੇ 10 ਨਾ ਜੇ ਤੁਹਾਡੇ ਕੋਲ 5 ਰੁਪਏ ਹੈ 5 ਰੁਪਏ ਦੀ ਚੀਜ਼ ਹੈ ਤੁਹਾਡੇ ਕੋਲ 10 ਰੁਪਏ ਨੇ ਤੁਸੀਂ ਕਿੰਨੀਆਂ ਚੀਜ਼ਾਂ ਖਰੀਦੋਗੇ ਕੀ ਤੁਸੀਂ 10 ਚੀਜ਼ਾਂ ਖਰੀਦੋਗੇ ਕਿਉਂਕਿ 5 ਰੁਪਏ ਦੀ ਚੀਜ਼ ਹੈ 10 ਚੀਜ਼ਾਂ ਖਰੀਦਣਾ ਚਾਹੋ ਤਾਂ ਤੁਹਾਡੇ ਕੋਲ 50 ਰੁਪਏ ਹੋਣੇ ਚਾਹੀਦੇ ਨੇ ਹੈਗੇ ਤੁਹਾਡੇ ਕੋਲ 10 ਰੁਪਏ ਨੇ ਆਪ ਤਾਂ ਖਰੀਦ ਨਹੀਂ ਸਕਦੇ ਆ ਵੀ ਨਹੀਂ ਖਰੀਦ ਸਕਦੇ ਆ ਵੀ ਨਹੀਂ ਖਰੀਦ ਸਕਦੇ ਕਿਉਂ ਕਿਉਂਕਿ ਦੇਖੋ 5 ਰੁਪਏ ਦੀ ਚੀਜ਼ ਹੈ 2.5 ਚੀਜ਼ਾਂ ਖਰੀਦਣੀ ਹੈ 12.5 ਰੁਪਏ ਹੋਣੇ ਚਾਹੀਦੇ ਆ ਤੁਹਾਡੇ ਕੋਲ 10 ਰੁਪਏ ਨੇ ਕਿਵੇਂ ਖਰੀਦੋਗੇ ਯਾਨੀ ਤੁਸੀਂ ਆ ਵੀ ਨਹੀਂ ਖਰੀਦ ਸਕਦੇ ਆ ਵੀ ਨਹੀਂ ਖਰੀਦ ਸਕਦੇ ਆ ਵੀ ਨਹੀਂ ਖਰੀਦ ਸਕਦੇ ਜੇ ਤੁਸੀਂ ਆ ਖਰੀਦੋਗੇ ਆ ਖਰੀਦ ਸਕਦੇ ਹੋ ਜੇ ਇਹ ਖਰੀਦੋਗੇ ਤਾਂ 5 ਰੁਪਏ ਬਚ ਜਾਣਗੇ ਬਚਾਣੇ ਆਪਾਂ ਹੈ ਨਹੀਂ ਸਾਰੇ ਲਾਣੇ ਨੇ ਯਾਨੀ ਫਿਰ ਆਪਾਂ ਇਹ ਵੀ ਨਹੀਂ ਖਰੀਦਾਂਗੇ यानी अगर अपने कोल एक कीमत आती है सिर्फ एक उनके सामने की होएगा एक ही मंग आएगी तो उन्होंने आप कहांगे मंग दी मात्रा मंग ते मंग दी मात्रा दे विच की फर्क है भी जदों आपां मंग दी गल करदे हां तां मंग दे विच अपने कोल बहुत सारियां कीमतां हुंदियां ने उनके सामने अपने कोल बहुत सारियां मंग भी हुंदियां ने पर ਜਦੋਂ ਆਪਾਂ ਮੰਗ ਦੀ ਮਾਤਰਾ ਦੀ ਗੱਲ ਕਰਦੇ ਆ ਆਪਣੇ ਕੋਲ ਬਹੁਤ ਸਾਰੀਆਂ ਕੀਮਤਾਂ ਨਹੀਂ ਹੁੰਦੀਆਂ ਆ ਕੁਝ ਨਹੀਂ ਹੈਗਾ ਤੁਹਾਡੇ ਕੋਲ ਆ ਵੀ ਨਹੀਂ ਹੈਗਾ ਤੁਹਾਡੇ ਕੋਲ ਸਿਰਫ ਇੱਕ ਕੀਮਤ ਹੁੰਦੀ ਹੈ ਇੱਕ ਕੀਮਤ ਹੋਏਗੀ ਤਾਂ ਉਹਦੇ ਸਾਹਮਣੇ ਇੱਕ ਹੀ ਮੰਗ ਹੋਏਗੀ ਉਹਨੂੰ ਆਪਾਂ ਕਵਾਂਗੇ ਮੰਗ ਦੀ ਮਾਤਰਾ ਠੀਕ ਹੋ ਗਿਆ ਮੰਗ ਦੇ ਵਿੱਚ ਕੀ ਹੋਏਗਾ ਬਹੁਤ ਸਾਰੀਆਂ ਕੀਮਤਾਂ ਨਾਲ ਦੇ ਨਾਲ ਬਹੁਤ ਸਾਰੀਆਂ ਮੰਗ ਦੀ ਮਾਤਰਾ ਦੇ ਵਿੱਚ ਕੀ ਹੋਏਗਾ ਇੱਕ ਖਾਸ ਕੀਮਤ ਹੋਏਗੀ ਇੱਕ ਵਿਸ਼ੇਸ਼ ਕੀਮਤ ਹੋਏਗੀ ਸਿਰਫ ਇੱਕ ਹੀ ਕੀਮਤ ਹੋਏਗੀ ਜੇ ਕੀਮਤ ਇੱਕ ਹੋਏਗੀ ਤਾਂ ਉਹਦੇ ਸਾਹਮਣੇ ਮੰਗ ਵੀ ਇੱਕ ਹੋਏਗੀ ਤਾਂ ਜਦੋਂ ਆਪਾਂ ਇੱਕ ਕੀਮਤ ਲਿਖਦੇ ਆ ਉਹਦੇ ਸਾਹਮਣੇ ਆਪਾਂ ਇੱਕ ਮੰਗ ਲਿਖਦੇ ਆ ਉਹਨੂੰ ਆਪਾਂ ਕੀ ਕਵਾਂਗੇ ਮੰਗ ਦੀ ਮਾਤਰਾ ਕਵਾਂਗੇ ਮਤਲਬ ਕਹਿੰਦਾ ਕੀ ਹੈ ਵੀ ਜੋ ਹੁਣ ਤੱਕ ਆਪਾਂ ਕੀਤਾ ਉਹਦਾ ਮੇਨ ਮੁੱਦਾ ਇਹ ਨਿਕਲਿਆ ਵੀ ਪਹਿਲੀ ਚੀਜ਼ ਤਾਂ ਇਹ ਕਰਨੀ ਹੈ ਕਿ ਇੱਛਾ ਜ਼ਰੂਰਤ ਤੇ ਮੰਗ ਇਹ ਤਿੰਨ ਚੀਜ਼ਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇੱਛਾ ਅਲੱਗ ਚੀਜ਼ ਹੈ ਜ਼ਰੂਰਤ ਅਲੱਗ ਚੀਜ਼ ਹੈ ਮੰਗ ਅਲੱਗ ਚੀਜ਼ ਹੈ ਠੀਕ ਦੂਸਰੀ ਗੱਲ ਕਿ ਮੰਗ ਤੇ ਮੰਗ ਦੀ ਮਾਤਰਾ ਇਹਨਾਂ ਦੋਨਾਂ 'ਚ ਕਨਫਿਊਜ਼ ਨਹੀਂ ਹੋਣਾ ਕਿਉਂਕਿ ਮੰਗ ਜਿਹੜੀ ਹੈ ਉਹਦੇ 'ਚ ਬਹੁਤ ਸਾਰੀਆਂ ਕੀਮਤਾਂ ਹੁੰਦੀਆਂ ਨੇ ਸਾਹਮਣੇ ਬਹੁਤ ਸਾਰੀਆਂ ਮੰਗ ਹੁੰਦੀਆਂ ਨੇ ਪਰ ਮੰਗ ਦੀ ਮਾਤਰਾ ਦੇ ਵਿੱਚ ਇੱਕ ਕੀਮਤ ਹੁੰਦੀ ਹੈ ਉਹਦੇ ਸਾਹਮਣੇ ਇੱਕ ਹੀ ਮੰਗ ਜਿਹੜੀ ਹੈ ਉਹ ਹੋਇਆ ਕਰਦੀ ਹੈ ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹ ਕਨਫਿਊਜ਼ ਨਹੀਂ ਹੋਣਾ ਠੀਕ ਹੋ ਗਿਆ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਇਹ ਫਰਕ ਕਲੀਅਰ ਕਰ ਲਿਆ ਕਿ ਇੱਛਾ ਕੀ ਹੁੰਦੀ ਹੈ ਜ਼ਰੂਰਤ ਕੀ ਹੁੰਦੀ ਹੈ ਮੰਗ ਕੀ ਹੁੰਦੀ ਹੈ ਮੰਗ ਦੀ ਮਾਤਰਾ ਕੀ ਹੁੰਦੀ ਹੈ ਹੁਣ ਆਪਾਂ ਮੰਗ ਦੇ ਸਿਧਾਂਤ ਦੇ ਵਿੱਚ ਅਗਲਾ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਮੰਗ ਦੀਆਂ ਕਿਸਮਾਂ ਕਿ ਮੰਗ ਜਿਹੜੀ ਹੈ ਉਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਮੰਗ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਦੇਖੋ ਮੰਗ ਹੁੰਦੀ ਹੈ ਦੋ ਤਰ੍ਹਾਂ ਦੀ ਪਹਿਲੀ
ਜਿਹਨੂੰ ਆਪਾਂ ਕਹਿੰਦੇ ਆ ਵਿਅਕਤੀਗਤ ਮੰਗ। ठीक है, क्यों? क्योंकि आप जो पढ़ रहे हैं ना वो आप पढ़ रहे हैं व्यष्टि अर्थशास्त्र। तो मैं आदे व्यष्टि अर्थशास्त्र दे पहले चैप्टर दे विच गल क्लीयर की सी कि व्यष्टि हमेशा एक नूं लेके चलदा है, एक तो ज्यादा नहीं जाना। ठीक है, एक व्यक्ति, एक परिवार, एक फर्म, एक बाजार, एक उद्योग, जो गल करनी है एक नहीं करनी है, एक तो ऊपर नहीं जाना। ठीक, तब व्यक्तिगत मंग नाम तो क्लियर करो, दो शब्दों को मिलकर बनया है व्यक्तिगत ते मंग। मंग हुण देखो इत्थे मंग लिखिया है, इत्थे मंग दी मात्रा नहीं लिखिया होया, मंग लिखिया है। जे मंग लिखिया है तां की होएगा, बहुत सारियां कीमतां होणगियां, उनके सामने बहुत सारियां मंग होणगियां। ठीक हो गया, क्योंकि मंग लिखिया है, मंग की मात्रा नहीं लिखिया, की होएगा बहुत सारियां कीमतां होणगियां, उनके सामने बहुत सारियां मंग होणगियां। मंग का मीनिंग क्या? हुण कहंदा है वो मंग कौन करेगा? वो मंग करेगा व्यक्तिगत, यानी कि एक व्यक्ति, यानी व्यक्तिगत मंग की है, ये है एक व्यक्ति द्वारा की जाने वाली मंग। कितनी वस्तुओं की? एक वस्तु की। क्योंकि आप माइक्रो पढ़ रहे हैं, आप व्यष्टि अर्थशास्त्र पढ़ रहे हैं। व्यष्टि अर्थशास्त्र च की होगा, आप बहुत सारिया वस्तुओं की मंग नहीं लेनी, जो भी गल करनी है हमेशा एक वस्तु की मंग की गल करनी है। क्यों? क्योंकि हरेक जी वस्तु होंगी है उनका अपना एक अलग बाजार होता है। जिवें आप हुणे एग्जांपल क्लीयर करते हैं उस चीज नूं, तां ये देखो भी मान लो कोई भी तुहाडे कोल वस्तु एक्स है, कोई भी वस्तु एक्स है, कहना उनकी मंग विखानी है, मतलब एक्स वस्तु दियां बहुत सारिया कीमतां विखानियां ने, उनके सामने एक्स वस्तु की बहुत सारिया मंग विखानियां ने। ठीक है, पर वो मंग कौन करेगा? व्यक्ति करेगा, एक व्यक्ति करेगा, एक बंदा करेगा। मान लो मैं, तब मैं बाजार गया, मेरे सामने एक्स वस्तु दियां कीमतां रख दित्तियां गईयां, तब मैं इत्थे लिखिया अमित दी मंग, भी अमित कितनी मंग करेगा। कीमत सी अपने कोल 10 रुपए, कीमत सी 8 रुपए, कीमत सी 6, कीमत सी 4, कीमत सी 2। ठीक है, अगर 10 रुपए कीमत सी, मैं कहा मैं एक चीज खरीदांगा, कीमत घटी, चीज सस्ती होगी, मैंने फायदा होया, मैं कहा मैं 2 चीज़ां खरीदांगा, होर घटी, मैं कहा मैं 3 चीज़ां खरीदांगा, होर घटी, मैं कहा मैं 4 चीज़ां खरीदांगा, होर घटी, मैं कहा मैं 5 चीज़ां खरीदांगा। हुण कौन खरीद रहा है? मैं। पहली गल तो ये देखो भी तुहाडे सामने 1 2 3 4 5 कीमत आ गई। दूसरी गल उनके सामने 1 2 3 4 5 मंग आ गई, यानी कि मंग क्लियर हो गया, मंग की मात्रा नहीं आया। हुण जो मैं मंग विखाई वो किन्ने जनियां दी विखाई? एक जने दी, एक व्यक्ति दी। वो एक व्यक्ति कौन है? मैं। तो इन्हें मैं कहूँगा व्यक्तिगत मंग। व्यक्तिगत मंग की है भी कोई भी वस्तु ले लो, जिवें मैं एक्स वस्तु ले ली, उस एक्स वस्तु दी मंग, ठीक है, ध्यान नाल रिपीट कर रहे हैं, उस एक्स वस्तु दी मंग जिहड़ी है अलग अलग कीमतां दे उपर एक जना किन्नी करदा है, उन्होंने आपां कहांगे व्यक्तिगत मंग। मतलब व्यक्तिगत मंग की है अलग अलग कीमतां ते, अलग अलग कीमतां ते एक व्यक्तिगत उपभोक्ता द्वारा, सिर्फ एक व्यक्ति द्वारा की जाने वाली जिहड़ी मंग होएगी, एक व्यक्ति द्वारा की जाने वाली जिहड़ी मंग होएगी, उन्होंने आपां की कहांगे? व्यक्तिगत मंग कहांगे। ठीक है, इस तरह जिहड़ी दूसरी मंग है उन्होंने आपां कहने आ बाजार मंग। हुण नाम तो क्लियर करो। हुण हैगा फिर इत्थे मंग है, मंग है मतलब बहुत सारिया कीमतां बनानियां पैणगियां, उनके सामने बहुत सारी मंग बनानी पड़ेगी, क्योंकि मंग है, मंग की मात्रा नहीं हैगा। पर हुण कहंदा है कि जिहड़ी मंग है ना वो एक व्यक्ति दी नहीं हैगी, जिहड़ी मंग है वो पूरे के पूरे बाजार दी है। मतलब कोई भी वस्तु एक्स है, उस एक्स वस्तु नूं बाजार दे विच खरीदण वाले जिन्ने भी लोग ने वो सारे दे सारे मिल के उस एक्स वस्तु की किन्नी मंग करते हैं, उन्होंने आपां कहांगे उस एक्स वस्तु की बाजार मंग। रिपीट कर लग्या, बाजार मंग की है भी कोई वस्तु एक्स है,
ਉਹਨੂੰ ਬਾਜ਼ਾਰ ਦੇ ਵਿੱਚ ਖਰੀਦਣ ਵਾਲੇ ਜਿੰਨੇ ਵੀ ਲੋਕ ਨੇ ਉਹ ਸਾਰੇ ਦੇ ਸਾਰੇ ਲੋਕ ਮਿਲ ਕੇ ਉਸ ਐਕਸ ਵਸਤੂ ਨੂੰ ਕਿੰਨੀ ਮਾਤਰਾ ਵਿੱਚ ਖਰੀਦਦੇ ਨੇ, ਸਾਰੇ ਮਿਲ ਕੇ ਕਿੰਨੀ ਮਾਤਰਾ ਵਿੱਚ ਖਰੀਦਦੇ ਨੇ, ਉਹਨੂੰ ਆਪਾਂ ਕਵਾਂਗੇ ਐਕਸ ਵਸਤੂ ਦੀ ਬਾਜ਼ਾਰ ਮੰਗ। ਕਿਵੇਂ? ਸਪੋਜ਼ ਕਰੋ ਕਿ ਆਪਾਂ ਹੁਣ ਲੈਣ ਨੂੰ ਤਾਂ ਬਹੁਤ ਸਾਰੇ ਲੈ ਸਕਦੇ ਹਾਂ। ਮੰਨ ਲੈਣਾ ਕਿ ਬਾਜ਼ਾਰ ਦੇ ਵਿੱਚ ਉਸ ਚੀਜ਼ ਨੂੰ ਖਰੀਦਣ ਵਾਲੇ ਦੋ ਵਿਅਕਤੀ ਨੇ, ਮਤਲਬ ਐਕਸ ਵਸਤੂ ਦੇ ਦੋ ਹੀ ਖਰੀਦਾਰ ਨੇ। ਇੱਕ ਤਾਂ ਮੈਂ ਹੈਗਾ ਹੀ ਸੀ, ਇੱਕ ਮੇਰਾ ਦੋਸਤ ਹੈ, ਉਹਦਾ ਨਾਮ ਹੈ ਅਜੇ। ਤਾਂ ਅਜੇ ਦੀ ਮੰਗ ਹੋ ਗਿਆ। ਅਜੇ ਕਹਿੰਦਾ ਹੈ ਕਿ ਅਗਰ 10 ਰੁਪਏ ਹੋਈ ਨਾ ਰੇਟ ਤਾਂ ਮੈਂ ਦੋ ਚੀਜ਼ਾਂ ਖਰੀਦਾਂਗਾ। ਹੁਣ ਅਜੇ ਕਹਿ ਰਿਹਾ ਅਗਰ ਸਪੋਜ਼ ਕਰੋ ਕਿ ਮੈਂ ਇੱਥੇ ਆਦੀ ਮੰਗ ਕੱਟ ਦਿਆਂ ਤਾਂ ਕੀਮਤ ਦੇ ਮੁਕਾਬਲੇ ਸਿਰਫ ਅਜੇ ਦੀ ਮੰਗ ਵਿਖਾਵਾਂ ਤਾਂ ਇਹ ਹੋਏਗੀ ਵਿਅਕਤੀਗਤ ਮੰਗ। ਹੁਣ ਮੈਂ ਕੀ ਦਿਖਾ ਰਿਹਾ? ਹੁਣ ਮੈਂ ਪਹਿਲਾਂ ਆਦੀ ਮੰਗ ਦਿਖਾਈ, ਹੁਣ ਮੈਂ ਅਜੇ ਦੀ ਮੰਗ ਦਿਖਾ ਰਿਹਾ। ਅਜੇ ਕਹਿੰਦਾ 10 ਰੁਪਏ ਦੇ ਮੈਂ ਦੋ ਚੀਜ਼ਾਂ ਖਰੀਦੂੰਗਾ। 8 ਹੋ ਜਾਏਗੀ ਤਾਂ ਮੈਂ 3 ਚੀਜ਼ਾਂ ਖਰੀਦਾਂਗਾ। 6 ਹੋ ਜਾਏਗੀ ਤਾਂ मैं 4 चीज़ां खरीदांगा। 4 हो जाएगी तो मैं 5 चीज़ां खरीदांगा। 2 रुपए हो जाएगी तो मैं 6 चीज़ां खरीदांगा। ठीक हो गया? ਹੁਣ ਆਪਾਂ ਮੰਨ ਲਿਆ ਕਿ ਬਾਜ਼ਾਰ ਦੇ ਵਿੱਚ ਐਕਸ ਵਸਤੂ ਨੂੰ ਖਰੀਦਣ ਵਾਲੇ ਦੋ ਹੀ ਲੋਕ ਨੇ, ਇੱਕ ਮੈਂ ਅਮਿਤ ਤੇ ਇੱਕ ਮੇਰਾ ਦੋਸਤ ਹੈ ਅਜੇ, ਤੀਜਾ ਬੰਦਾ ਹੀ ਨਹੀਂ। ਹੁਣ ਸੋਚੋ ਵੀ ਜਦੋਂ ਐਕਸ ਵਸਤੂ ਦੀ ਕੀਮਤ 10 ਰੁਪਏ ਸੀ, ਮੈਂ ਇੱਕ ਚੀਜ਼ ਖਰੀਦੀ, ਅਜੇ ਨੇ ਦੋ ਚੀਜ਼ਾਂ ਖਰੀਦੀਆਂ, मतलब पूरे बाजार ने कितनी चीज़ां खरीदियां? 3। किवें? क्योंकि एक मैं खरीदी, दो अजय ने खरीदियां, तीजा तो बंदा ही नहीं है बाजार च। यानी अगर मैं बाजार मंग कैलकुलेट करा तो कितने बराबर है? 1 जमा 2 बराबर 3। जदों कीमत 8 रुपए से मैं दो चीज़ां खरीदियां, अजय ने 3 खरीदियां, तो 2 मेरियां 3 अजय दियां, टोटल कितनी चीज़ां खरीदिया गई बाजार चों? 5। 6 रुपए ते 3 चीज़ां मैं खरीदियां, 4 चीज़ां अजय ने खरीदियां, मतलब पूरे बाजार ने कितनी खरीदियां? 7। 4 रुपए ते 4 चीज़ां मैं खरीदियां, 5 चीज़ां अजय ने खरीदियां, मतलब पूरे बाजार ने कितनी खरीदियां? 9। 2 रुपए ते 5 चीज़ां मैं खरीदियां, 6 चीज़ां अजय ने खरीदियां, बाजार ने कितनी खरीदियां? 11। तो आ की हो जाएगी बाजार मंग। तब बाजार मंग की है? बाजार मंग है कि ਵੱਖ-ਵੱਖ कीमतां ते बाजार दे विच किसी चीज नूं खरीदण वाले जिन्ने भी उपभोक्ता ने वो सारे मिल के बाजार दे विच कितनी मंग करते ने उस वस्तु की, उन्होंने आपां की कहांगे? बाजार मंग कहांगे। जी बाजार मंग है तो पता लगाना बहुत सौखा है। किवें करो? सब तो पहला तुहानूं व्यक्तिगत मंग पता होनी चाहिए है। जे तुहानूं व्यक्तिगत मंग पता है तो सारियां व्यक्तिगत मंगां जिहड़ियां ने इन्हां दा जोड़ कर दिओ तो की हो जाएगा? तुहानूं बाजार मंग जिहड़ी है उनका पता लग जाएगा। ठीक है? हुण ਇਹ ਨਾ ਸੋਚਿਆ ਜੇ ਵੀ ਜਿਹੜੀ ਬਾਜ਼ਾਰ ਮੰਗ ਹੈ ਉਹਦੇ ਚ ਆਪਾਂ ਕੀ ਕਰਦੇ ਪਿਆ, ਸਾਰੇ ਬਾਜ਼ਾਰ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਸਾਰੇ ਲੋਕਾਂ ਦੀ ਮੰਗ ਦਾ ਜੋੜ ਕਰਦੇ ਪਿਆ ਤੇ ਤਾਂ ਆਪਾਂ ਸਮਸ਼ਟੀ ਚ ਪਹੁੰਚ ਗਏ। ਸਮਸ਼ਟੀ ਨਹੀਂ ਹੈਗਾ ਕਿਉਂਕਿ ਆਪਾਂ ਕਿੰਨੇ ਬਾਜ਼ਾਰਾਂ ਦੀ ਗੱਲ ਕਰ ਰਹੇ ਹਾਂ, ਆਪਾਂ ਇੱਕ ਬਾਜ਼ਾਰ ਦੀ ਗੱਲ ਕਰ ਰਹੇ ਹਾਂ। ਇੱਕ ਬਾਜ਼ਾਰ ਕਿਉਂ? ਕਿਉਂਕਿ ਆਪਾਂ ਵਸਤੂਆਂ ਕਿੰਨੀਆਂ ਲਈਆਂ ਨੇ? ਇੱਕ। ਤੇ ਜੇ ਇੱਕ ਵਸਤੂ ਲਈਏ ਨਾ ਤਾਂ ਇੱਕ ਹੀ ਬਾਜ਼ਾਰ ਹੋਏਗਾ। ਕਿਉਂ? क्योंकि हरेक वस्तु का अपना वखरा बाजार होता है। जिवें देखो सपोज मैं कहना भी मेरे घरे जिहड़े आलू आंदे सी वो आलू हो गए सस्ते। जे आलू सस्ते होए तो मैं की कीता, मैं एक टीवी और खरीद लिया। हुण सोचो कि आलूआं दा टीवी नाल कोई लेना देना हैगा? चल सोचा नहीं की होया, पेट्रोल सस्ता हो गया तो मैं की कीता, पेंट कोट सवाया। हुण पेट्रोल दा पेंट कोट नाल की लेना देना? गल सोचने वाली। यानी पेट्रोल का बाजार अलग है, ठीक है, आलूओं का बाजार अलग है, ठीक है, मोबाइल का बाजार अलग है, मिठाइयां का बाजार अलग है, सब्जियां का बाजार अलग है, फ्रूट का बाजार अलग है, बिजली के समान का बाजार अलग है, घ्यो का बाजार अलग है, हल्दी का बाजार अलग है, मरचा का बाजार अलग है। भी लो जी अं करते हैं, मरचा सस्तियां हो गई ने, अं करते हल्दी घट पा लें तो मरचा ज़्यादा पा लें। कहते एवं होएगा कि नहीं ना? क्यों? हल्दी की आदि थां है तो मरचां की आदि थां है। लो जी मरचां महंगियां हो गई ने तो मरचां घट पा लें, लून ज़्यादा पा लें। कदे एवं होएगा कि नहीं? क्यों? क्योंकि मरचां की आदि थां है तो लून की आदि थां है।
ਤਾਂ ਹਰੇਕ ਵਸਤੂ ਦਾ ਆਪਣਾ ਅਲੱਗ ਬਾਜ਼ਾਰ ਜਿਹੜਾ ਹੈ ਉਹ ਹੋਇਆ ਕਰਦਾ ਹੈ। ਇਹਦੇ ਵਿੱਚ ਆਪਾਂ ਇੱਕ ਕਨਸੈਪਟ ਕਰਦੇ ਹਾਂ। ਤਾਂ ਹੁਣ ਮੰਗ ਦੋ ਤਰ੍ਹਾਂ ਦੀ ਕਲੀਅਰ ਹੋਈ, ਵਿਅਕਤੀਗਤ ਮੰਗ ਤੇ ਬਾਜ਼ਾਰ ਮੰਗ। ਇਹਨੂੰ ਸਮਝਾਉਣ ਵਾਸਤੇ ਇੱਕ ਚੀਜ਼ ਹੋਰ ਲੈ ਕੇ ਚੱਲਦੇ ਹਾਂ। ਇੱਕ ਵਰਡ ਆਉਂਦਾ ਹੈ, ਉਹਨੂੰ ਕਹਿੰਦੇ ਨੇ ਬਾਜ਼ਾਰ ਦਾ ਆਕਾਰ। ਬਾਜ਼ਾਰ ਦਾ ਆਕਾਰ ਯਾਨੀ ਕਿ ਸਾਈਜ਼ ਆਫ ਮਾਰਕੀਟ। ਜਦੋਂ ਆਪਾਂ ਸਾਈਜ਼ ਆਫ ਮਾਰਕੀਟ ਯਾਨੀ ਕਿ ਬਾਜ਼ਾਰ ਦਾ ਆਕਾਰ ਉਹਦੀ ਗੱਲ ਕਰਦੇ ਨਾ, ਆਪਣਾ ਮਤਲਬ ਇਹ ਨਹੀਂ ਹੁੰਦਾ ਕਿ ਬਾਜ਼ਾਰ ਕਿੱਡਾ ਵੱਡਾ ਹੈ, ਨਾ। ਬਾਜ਼ਾਰ ਕਿੱਡਾ ਵੱਡਾ ਹੈ ਮਤਲਬ ਕੀ ਹੋਇਆ ਵੀ ਇਹ ਮੈਂ ਨਹੀਂ ਕਹਿ ਸਕਦਾ ਵੀ ਇੱਕ ਥਾਂ ਤੇ 2 ਦੁਕਾਨਾਂ ਨੇ ਤੇ ਇੱਕ ਥਾਂ ਤੇ 20 ਦੁਕਾਨਾਂ ਨੇ। ਜੇ ਜਿਹੜੀਆਂ 2 ਦੁਕਾਨਾਂ ਨੇ ਉਹ ਬਾਜ਼ਾਰ ਛੋਟਾ ਹੋ ਗਿਆ ਤੇ ਜਿਹੜਾ 20 ਦੁਕਾਨਾਂ ਨੇ ਉਹ ਬਾਜ਼ਾਰ ਵੱਡਾ ਹੋ ਗਿਆ। ਆਮ ਤੌਰ ਤੇ ਆਮ ਬੰਦਾ ਇਹੀ ਗੱਲ ਕਰੇਗਾ, ਪਰ ਇੱਥੇ ਉਹ ਮਾਰ ਖਾਏਗਾ ਕਿਉਂਕਿ ਉਹ ਗਲਤ ਹੈ। ਜਦੋਂ ਆਪਾਂ ਇਕਨੋਮਿਕਸ ਵਿੱਚ ਗੱਲ ਕਰਦੇ ਹਾਂ, ਉਹ ਕਹਿੰਦੇ ਬਾਜ਼ਾਰ ਦਾ ਜਿਹੜਾ ਆਕਾਰ ਹੈ ਨਾ, ਉਹ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਕਿੰਨੀਆਂ ਨੇ। ਬਾਜ਼ਾਰ ਦਾ ਆਕਾਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਾਜ਼ਾਰ ਦੇ ਵਿੱਚ ਵਸਤੂਆਂ ਕਿੰਨੀਆਂ ਨੇ। ਕਿਉਂਕਿ ਮੈਂ ਕਿਹਾ ਵੀ ਹਰੇਕ ਵਸਤੂ ਦਾ ਆਪਣਾ ਬਾਜ਼ਾਰ ਹੈ, ਤਾਂ ਜਿੰਨੀਆਂ ਵਸਤੂਆਂ ਜ਼ਿਆਦਾ ਹੋਣਗੀਆਂ ਓਨੇ ਬਾਜ਼ਾਰ ਜ਼ਿਆਦਾ ਹੋਣਗੇ ਤੇ ਓਨਾ ਹੀ ਬਾਜ਼ਾਰ ਦਾ ਆਕਾਰ ਵੱਡਾ ਹੋਏਗਾ। ਅਗਰ ਆਪਾਂ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕੀ ਹੋਇਆ? 50 ਸਾਲ ਪਹਿਲਾਂ ਲੋਕਾਂ ਘਰੇ ਟੀਵੀ ਨਹੀਂ ਹੁੰਦਾ ਸੀ, ਲੋਕਾਂ ਘਰੇ ਮੋਟਰਸਾਈਕਲ ਨਹੀਂ ਹੁੰਦਾ ਸੀ, ਲੋਕਾਂ ਘਰੇ ਸਕੂਟਰ ਨਹੀਂ ਹੁੰਦਾ ਸੀ, ਬਹੁਤ ਘੱਟ ਲੋਕਾਂ ਘਰੇ ਕਾਰ ਹੁੰਦੀ ਸੀ, ਮੋਬਾਈਲ ਤਾਂ ਹੁੰਦੇ ਹੀ ਨਹੀਂ ਸੀ। ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਪਹਿਲਾਂ ਨਹੀਂ ਹੁੰਦੀਆਂ ਸੀ, ਹੁਣ ਹੈਗੀਆਂ ਨੇ। ਮਤਲਬ ਇਹ ਚੀਜ਼ਾਂ ਬਾਜ਼ਾਰ ਦੇ ਵਿੱਚ ਆਈਆਂ। ਜਦੋਂ ਬਾਜ਼ਾਰ ਦੇ ਵਿੱਚ ਆਈਆਂ ਤਾਂ ਇਹ ਚੀਜ਼ਾਂ ਆਪਣੇ ਨਾਲ ਆਪਣਾ ਇੱਕ ਬਾਜ਼ਾਰ ਲੈ ਕੇ ਆਈਆਂ। ਮਤਲਬ ਹੁਣ ਅੱਜ ਦੀ ਅਗਰ ਆਪਾਂ ਗੱਲ ਕਰੀਏ ਨਾ, ਤਾਂ ਪੁਰਾਣੇ ਜ਼ਮਾਨੇ ਨਾਲ ਉਹਨੂੰ ਆਪਾਂ ਤੁਲਨਾ ਕਰੀਏ ਤਾਂ ਪੁਰਾਣੇ ਜ਼ਮਾਨੇ 'ਚ ਬੜੀਆਂ ਘੱਟ ਚੀਜ਼ਾਂ ਮਿਲਦੀਆਂ ਹੁੰਦੀਆਂ ਸੀ। ਅੱਜ ਆਪਾਂ ਨੂੰ ਬੜੀਆਂ ਵੈਰਾਈਟੀ ਮਿਲਦੀਆਂ ਨੇ। ਬਾਜ਼ਾਰ ਇੱਕ ਪੇਸਟ ਲੈਣ ਜਾਣਾ ਹੋਵੇ ਨਾ ਤਾਂ 100 ਤਰ੍ਹਾਂ ਦੀ ਪੇਸਟ ਪਈ ਹੈ, ਸਾਬੁਨ ਲੈਣ ਜਾਣਾ ਹੋਵੇ ਤਾਂ 50 ਤਰ੍ਹਾਂ ਦੇ ਸਾਬੁਨ ਪਏ ਨੇ। ਇਹਦਾ ਮਤਲਬ ਹੁਣ ਕੀ ਹੋ ਗਿਆ ਹੈ? ਹੁਣ ਬਾਜ਼ਾਰ ਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਨੇ। ਮਤਲਬ ਹਰੇਕ ਚੀਜ਼ ਜਦੋਂ ਆਏਗੀ ਆਦਾ ਬਾਜ਼ਾਰ ਨਾਲ ਲੈ ਕੇ ਆਏਗੀ। ਮਤਲਬ ਕੀ ਹੋਇਆ ਹੈ? ਅੱਜ ਦੀ ਤਰੀਕ ਦੇ ਵਿੱਚ ਜਿਹੜਾ ਬਾਜ਼ਾਰ ਦਾ ਆਕਾਰ ਹੈ ਉਹ ਕੀ ਹੋ ਗਿਆ? ਵੱਡਾ ਹੋ ਗਿਆ। ਠੀਕ ਹੈ। ਤਾਂ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ? ਚੀਜ਼ਾਂ ਘੱਟ ਹੁੰਦੀਆਂ ਸੀ ਤਾਂ ਕੀ ਹੁੰਦਾ ਸੀ? ਬਾਜ਼ਾਰ ਦਾ ਆਕਾਰ ਛੋਟਾ ਹੁੰਦਾ ਸੀ। ਅੱਜ ਕੱਲ੍ਹ ਚੀਜ਼ਾਂ ਬਹੁਤ ਜ਼ਿਆਦਾ ਨੇ ਤਾਂ ਬਾਜ਼ਾਰ ਦਾ ਆਕਾਰ ਕੀ ਹੈ? ਵੱਡਾ ਹੈ। ਯਾਨੀ ਹੁਣ ਬਾਜ਼ਾਰ ਜਿਹੜਾ ਹੈ ਉਹ ਕੀ ਹੋਇਆ? ਉਹ ਕੋਈ 2 ਵਸਤੂਆਂ ਦਾ ਨਹੀਂ ਹੁੰਦਾ। ਬਾਜ਼ਾਰ ਕਿੰਨੀਆਂ ਵਸਤੂਆਂ ਦਾ ਹੁੰਦਾ ਹੈ? ਇੱਕ ਵਸਤੂ ਦਾ। ਤਾਂ ਹਰੇਕ ਬਾਜ਼ਾਰ ਦੇ ਵਿੱਚ ਇੱਕ ਹੀ ਵਸਤੂ ਵਿਕਦੀ ਹੈ। ਠੀਕ ਹੈ। ਜਦੋਂ ਤੁਹਾਨੂੰ ਦੁਕਾਨਦਾਰ ਇੱਕ ਵਸਤੂ ਵੇਚ ਰਿਹਾ ਨਾ, ਉਹ ਉਹਦੀ ਕੀਮਤ ਦੀ ਗੱਲ ਕਰੇਗਾ। ਮੰਨ ਲਓ ਤੁਸੀਂ ਦੁਕਾਨਦਾਰ ਕੋਲ ਗਏ, ਤੁਹਾਨੂੰ ਕਿਹਾ ਵੀ ਮੈਨੂੰ ਇੱਕ ਕਾਪੀ ਚਾਹੀਦੀ ਹੈ। ਹੁਣ ਤੁਹਾਨੂੰ ਵੇਚ ਰਿਹਾ ਕਾਪੀ, ਤਾਂ ਕੀ ਤੁਹਾਨੂੰ ਪੈਨ ਦਾ ਰੇਟ ਦੱਸੇਗਾ? ਜੇ ਕਾਪੀ ਵੇਚ ਰਿਹਾ ਨਾ, ਕਾਪੀ ਦੀ ਗੱਲ ਨਹੀਂ ਕਰੇਗਾ, ਉਹ ਪੈਨ ਦੀ ਗੱਲ ਨਹੀਂ ਕਰੇਗਾ ਜਾਂ ਕੋਈ ਕਿਸੇ ਕਿਤਾਬ ਦੀ ਗੱਲ ਨਹੀਂ ਕਰੇਗਾ। ਯਾਨੀ ਜਦੋਂ ਕਾਪੀ ਦੀ ਗੱਲ ਹੋ ਰਹੀ ਹੈ ਤਾਂ ਬਾਜ਼ਾਰ ਕਿਸ ਚੀਜ਼ ਦਾ ਚੱਲ ਰਿਹਾ ਹੈ? ਕਾਪੀ ਦਾ। ਜਦੋਂ ਪੈਨ ਮੰਗੋਗੇ ਉਦੋਂ ਬਾਜ਼ਾਰ ਕਿਸ ਚੀਜ਼ ਦਾ ਚੱਲੇਗਾ? ਪੈਨ ਦਾ। ਜਦੋਂ ਕਿਤਾਬ ਮੰਗੋਗੇ ਉਦੋਂ ਬਾਜ਼ਾਰ ਕਿਸ ਚੀਜ਼ ਦਾ ਚੱਲੇਗਾ? ਕਿਤਾਬ ਦਾ। ਤਾਂ ਹਰੇਕ ਵਸਤੂ ਦਾ ਆਪਣਾ ਅਲੱਗ ਬਾਜ਼ਾਰ ਹੁੰਦਾ ਹੈ। ਤਾਂ ਬਾਜ਼ਾਰ ਕਿੰਨੀਆਂ ਵਸਤੂਆਂ ਦਾ? ਇੱਕ ਵਸਤੂ ਦਾ। ਤਾਂ ਬਾਜ਼ਾਰ ਮੰਗ ਵੀ ਕਿੰਨੀਆਂ ਵਸਤੂਆਂ ਦੀ? ਇੱਕ ਵਸਤੂ ਦੀ। ਵਸਤੂ ਇੱਕ ਹੋਏਗੀ ਪਰ ਉਹਨੂੰ ਖਰੀਦਣ ਵਾਲੇ ਬਹੁਤ ਹੋਣਗੇ। ਤਾਂ ਬਾਜ਼ਾਰ ਮੰਗ ਜਿਹੜੀ ਹੈ ਉਹ ਕੀ ਹੈ? ਵੀ ਇੱਕ ਵਸਤੂ ਹੈ, ਉਸ ਇੱਕ ਵਸਤੂ ਦੀਆਂ ਬਹੁਤ ਸਾਰੀਆਂ ਕੀਮਤਾਂ ਨੇ। ਉਹਨਾਂ ਬਹੁਤ ਸਾਰੀਆਂ ਕੀਮਤਾਂ ਦੇ ਉੱਪਰ ਬਾਜ਼ਾਰ ਦੇ ਅੰਦਰ ਉਸ ਚੀਜ਼ ਨੂੰ ਖਰੀਦਣ ਵਾਲੇ ਜਿੰਨੇ ਲੋਕ ਨੇ, ਉਹ ਸਾਰੇ ਲੋਕ ਜਿੰਨੀ ਜਿੰਨੀ ਮੰਗ ਕਰਦੇ ਨੇ, ਵਿਅਕਤੀਗਤ ਮੰਗ ਕਰਦੇ ਨੇ। ਅਗਰ ਆਪਾਂ ਉਸ ਵਿਅਕਤੀਗਤ ਮੰਗ ਨੂੰ ਜੋੜ ਦਿੰਦੇ ਆ ਤਾਂ ਕੀ ਹੋਏਗਾ? ਆਪਾਂ ਨੂੰ ਉਸ ਤੋਂ ਬਾਜ਼ਾਰ ਮੰਗ ਜਿਹੜੀ ਹੈ ਉਹ ਕੀ ਹੋਏਗਾ? ਪਤਾ ਲੱਗ ਜਾਏਗਾ। ਠੀਕ ਹੈ। ਤਾਂ ਮੰਗ ਕਿੰਨੀ ਤਰ੍ਹਾਂ ਦੀ? 2 ਤਰ੍ਹਾਂ ਦੀ, ਇੱਕ ਵਿਅਕਤੀਗਤ ਮੰਗ ਤੇ ਇੱਕ ਬਾਜ਼ਾਰ ਮੰਗ। ਹੁਣ ਇਹ ਚੀਜ਼ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਤੁਹਾਨੂੰ ਮੰਗ ਦੀਆਂ ਇਹ 2 ਕਿਸਮਾਂ ਕਲੀਅਰ ਹੋਣਗੀਆਂ, ਇਹਦੇ ਤੋਂ ਹੀ ਅਗਲੀ ਕਹਾਣੀ ਚੱਲਣੀ ਹੈ। ਹੁਣ ਮੈਂ ਕਰਾਵਾਂਗਾ ਕਿ ਜਿਹੜੀ ਮੰਗ ਤਾਲਿਕਾ ਹੈ ਉਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਉਹ ਕਹੇਗਾ 2 ਤਰ੍ਹਾਂ ਦੀ। ਮੈਂ ਕਰਾਵਾਂਗਾ ਮੰਗ ਵਕਰ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਉਹ ਕਹੇਗਾ 2 ਤਰ੍ਹਾਂ ਦੀ। ਮੈਂ ਕਹਾਂਗਾ ਮੰਗ ਫਲਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਉਹ ਕਹੇਗਾ 2 ਤਰ੍ਹਾਂ ਦਾ। ਮੈਂ ਪੁੱਛਾਂਗਾ ਕਿਉਂ, ਉਹ ਕਹੇਗਾ ਕਿਉਂਕਿ ਮੰਗ ਹੀ 2 ਤਰ੍ਹਾਂ ਦੀ ਹੁੰਦੀ ਹੈ। ਤਾਂ ਫਿਰ ਮੰਗ ਤਾਲਿਕਾ 2 ਤਰ੍ਹਾਂ ਦੀ, ਮੰਗ ਵਕਰ 2 ਤਰ੍ਹਾਂ ਦੀ, ਮੰਗ ਫਲਨ 2 ਤਰ੍ਹਾਂ ਦਾ। ਜਿੰਨੇ ਵੀ ਅਗਲੇ ਕੁਐਸਚਨ ਆਉਣ ਵਾਲੇ ਨੇ ਉਹ ਸਾਰੇ ਕੁਐਸਚਨ ਇਸ ਚੀਜ਼ ਤੇ ਨਿਰਭਰ ਕਰਦੇ ਨੇ। ਤਾਂ ਇਹ ਟੌਪਿਕ ਜਿਹੜਾ ਹੈ ਉਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਮੰਗ ਹਮੇਸ਼ਾ 2 ਤਰ੍ਹਾਂ ਦੀ। ਇੱਕ ਜਿਹੜੀ ਮੰਗ ਸਿਰਫ ਇੱਕ ਬੰਦਾ ਕਰੇਗਾ, ਕਿੰਨੀਆਂ ਵਸਤੂਆਂ ਦੀ? ਇੱਕ ਵਸਤੂ ਦੀ। ਇੱਕ ਵਸਤੂ ਹੈ, ਉਹਨੂੰ ਖਰੀਦਣ ਵਾਲਾ ਇੱਕੋ ਬੰਦਾ ਹੈ, ਵਿਅਕਤੀਗਤ ਮੰਗ।
वस्तु एक ही है पर खरीदण वाले बहुत सारे ने, सारिਆਂ ने मंग की, ਆਪਾਂ ਸਾਰੀਆਂ ਮੰਗਾਂ ਨੂੰ जोड़ता की बन गई बाजार मंग बन गई। तो मंग दियां सिर्फ दो ही किस्मां हुंदियां ने, व्यक्तिगत मंग ते बाजार। ठीक हो गया, आज आप इन्ना ही करांगे। तो आज आप जो टॉपिक क्लीयर किया वो सी मंग की हुंदी है, इच्छा की हुंदी है, जरूरत की हुंदी है। नंबर 2 मंग ते मंग दी मात्रा दे विच की अंतर है। तीसरा मंग दियां किस्मां, व्यक्तिगत मंग ते बाजार मंग। हुण अगले लेक्चर च आप गल करांगे मंग तालिका ते मंग वक्र दी, वो अपना अगला लेक्चर रहेगा। तो मिलते हैं अपने अगले लेक्चर दे विच। टिल देन इट्स गुड बाय फ्रॉम माय साइड, थैंक यू वेरी मच।